शब्द गुरु है ग्रंथ साहिब जी गुरु माने ओ ग्रंथ साहिब जी शब्द गुरु है ग्रंथ साहिब जी जिसनों पढ़दे सारे प्राणी गुरु नानक तेरी मिठी कहानी जिसनों पढ़दे सारे प्राणी आए तुर तो एह गुरबाणी सचखंड दी अमृत बाणी आए तुर तो एह गुरबाणी सचखंड दी अमृत बाणी जी गुरु माने हो ग्रंथ साहिब जी शब्द गुरु है ग्रंथ साहिब जी गुरु माने हो ग्रंथ साहिब जी शब्द गुरु है ग्रंथ साहिब जी गुरु माने ग्रंथ साहिब जी शब्द गुरु है ग्रंथ साहिब जी गुरु माने ग्रंथ साहिब जी शब्द गुरु है ग्रंथ साहिब जी गुरबाणी विच कीती सादर तड़प मिलन दी प्रीतम तहाई गुरबाणी विच कीती सादर गुरु मानियो ग्रंथ साहिब जी शब्द गुरु है ग्रंथ साहिब जी गुरु मानियो ग्रंथ साहिब
ਗੁਰੂ ਹੈ ਗ੍ਰੰਥ ਸਾਹਿਬ ਜੀ ਭਗਤ ਕਬੀਰ ਫਰੀਦ ਨਵਾਜੇ ਰਵਿਦਾਸ ਰਾਮਾਨੰਦ ਸਾਜੇ ਸਦਨਾ ਸੈਨਤ ਨਾਦਰ ਲੋਚਨ ਨਾਮ ਦੇ ਬਬਲ ਵੰਦਨ ਸਾਜੇ ਭਗਤ ਕਬੀਰ ਫਰੀਦ ਨਵਾਜੇ ਰਵਿਦਾਸ ਰਾਮਾਨੰਦ ਸਾਜੇ ਸਦਨਾ ਸੈਨਤ ਨਾਦਰ ਲੋਚਨ ਨਾਮ ਦੇ ਬਬਲ ਵੰਦਨ ਰਾਜੇ ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ ਗਿਆਰਾਂ ਪਟ ਸਤਿਗੁਰ ਦੇ ਪਿਆਰੇ ਜਿਨ੍ਹਾਂ ਸਵਈਏ ਮਿੱਠੇ ਉਚਾਰੇ ਜੀ ਗਿਆਰਾਂ ਪਟ ਸਤਿਗੁਰ ਦੇ ਪਿਆਰੇ ਜਿਨ੍ਹਾਂ ਸਵਈਏ ਮਿੱਠੇ ਉਚਾਰੇ ਜਪਦੀ ਆਸਾਂ ਸੁਖ ਮਨੀ ਤੇ ਆਨੰਦ ਸਾਹਿਬ ਨੇ ਸੀਨੇ ਠਾਰੇ ਜਪਦੀ ਆਸਾਂ ਸੁਖ ਮਨੀ ਤੇ ਆਨੰਦ ਸਾਹਿਬ ਨੇ ਸੀਨੇ ਠਾਰੇ ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ ਗੁਰੂ ਮਾਨਿਓ ਗ੍ਰੰਥ ਸਾਹਿਬ
ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ ਵਾਹਿਗੁਰੂ ਹਜ਼ੂਰ ਅਨਵਰ ਸਰਬਰੇ ਕਾਇਨਾਤ ਵਾਲੀਏ ਦੋ ਜਹਾਨ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ ਪਿਆਰ ਸਹਿਤ ਫਤਿਹ ਦੀ ਸਾਂਝ ਪਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਾਹਿਬਾਂ ਦੇ ਚਰਨਾਂ ਦੇ ਵਿੱਚ ਜੁੜ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਸਭ ਤੋਂ ਪਹਿਲਾਂ ਸਮੁੱਚੀ ਕੌਮ ਨੂੰ ਸਮੁੱਚੇ ਖਾਲਸਾ ਪੰਥ ਨੂੰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਤੇ ਗੁਰੂ ਪਿਆਰੇ ਖਾਲਸਾ ਜੀਓ ਅੱਜ ਦੇ ਦਿਨ ਦੇ ਦੀਵਾਨਾਂ ਦੇ ਵਿੱਚ ਇਸ ਮਹਾਨ ਦਿਹਾੜੇ ਨੂੰ ਸਮਰਪਿਤ ਕਰਕੇ ਸਮਾਗਮ ਸਜਾਏ ਗਏ ਸਨ। ਉਹਨਾਂ ਦੀਵਾਨਾਂ ਦੇ ਵਿੱਚ ਦੱਸ ਰਹੇ ਨੇ ਵੀ ਹਾਜ਼ਰੀ ਭਰੀ ਸੀ। ਉਸ ਦੀਵਾਨ ਦੇ ਵਿੱਚ ਆਪ ਜੀ ਦੇ ਨਾਲ ਸਾਰੀ ਸਾਂਝ ਪਾਈ ਗਈ ਕਿ ਕਿਵੇਂ ਇਹ ਪ੍ਰਕਰਣ ਪ੍ਰਾਰੰਭ ਹੋਇਆ, ਕਿਵੇਂ ਪੰਚਮ ਪਾਤਸ਼ਾਹ ਦੇ ਮਨ ਦੇ ਵਿੱਚ ਇਹ ਸੋਚ ਉੱਠੀ ਕਿ ਮਹਾਨ ਕਾਰਜ ਕਰਨਾ ਚਾਹੀਦਾ, ਕਿਉਂਕਿ ਉਸ ਵੇਲੇ ਗੁਰਬਾਣੀ ਦੇ ਵਿੱਚ ਮਿਹਰਬਾਨ ਵੱਲੋਂ ਰਲਾ ਪੈਦਾ ਕੀਤਾ ਜਾਣ ਲੱਗ ਪਿਆ ਸੀ। ਪੰਚਮ ਪਾਤਸ਼ਾਹ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਕਿਤੇ ਮੇਰਾ ਸਿੱਖ ਭੁਲੇਖਾ ਨਾ ਖਾ ਜਾਵੇ, ਇਸ ਲਈ ਉਹਨਾਂ ਨੇ ਇਹ ਆਦਿ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਇੱਕ ਸੰਗ੍ਰਹਿ ਤਿਆਰ ਕੀਤਾ। 1430 ਅੰਗ ਨੇ 31 ਰਾਗਾਂ ਦੇ ਵਿੱਚ ਬਾਣੀ ਦਰਜ ਹੈ। ਸਾਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਾਰਾ ਸੈਂਟਰਲ ਆਈਡੀਆ ਜੇ ਆਪਣਾ ਵੇਖਣਾ ਹੋਵੇ ਤਾਂ ਉਹ ਜਪਜੀ ਸਾਹਿਬ ਦੇ ਵਿੱਚ ਹੈ। ਤੇ ਜਪਜੀ ਸਾਹਿਬ ਦਾ ਸੈਂਟਰਲ ਆਈਡੀਆ ਮੂਲ ਮੰਤਰ ਦੇ ਵਿੱਚ ਹੈ। ਤੇ ਮੂਲ ਮੰਤਰ ਦਾ ਜਿਹੜਾ ਸੈਂਟਰਲ ਆਈਡੀਆ ਹੈ ਉਹ ਇੱਕ ਸ਼ਬਦ ਦੇ ਵਿੱਚ ਹੈ, ਇੱਕ ਓਂਕਾਰ, ਜਿਸ ਤੋਂ ਬਾਣੀ ਦੀ ਸ਼ੁਰੂਆਤ ਹੁੰਦੀ ਹੈ। ਗੋਡ ਇਜ਼ ਵਨ, ਪਰਮਾਤਮਾ ਇੱਕ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਇੱਕ ਓਂਕਾਰ ਨੂੰ ਸਥਾਪਿਤ ਕੀਤਾ, ਉਹਦੇ ਮੋਰੇ ਨੂਮੈਰਿਕ ਯੂਜ਼ ਕੀਤਾ ਗਿਆ 1, ਇੱਕ ਸ਼ਬਦ। ਉਹ ਚਾਹੁੰਦੇ ਤਾਂ ਸ਼ਬਦ ਯੂਜ਼ ਕਰ ਸਕਦੇ ਸਨ, ਇੱਕ ਲਿਖ ਸਕਦੇ ਸਨ, ਪਰ ਉਹਨਾਂ ਨੇ ਨੂਮੈਰਿਕ ਨੂੰ ਯੂਜ਼ ਕੀਤਾ ਕਿ ਕਿਤੇ ਕੋਈ ਭੁਲੇਖਾ ਨਾ ਪੈ ਜਾਵੇ, ਕਿਉਂਕਿ ਸ਼ਬਦ ਦੇ ਵੱਖ-ਵੱਖ ਅਰਥ ਕੱਢੇ ਜਾਂਦੇ ਨੇ। ਹੁਣ ਉਦਾਹਰਨ ਦੇ ਤੌਰ ਤੇ ਪੰਜਾਬੀ ਭਾਸ਼ਾ ਦਾ ਸ਼ਬਦ ਹੈ ਘੋੜੀ। ਘੋੜੀ ਇੱਕ ਜਾਨਵਰ ਦਾ ਨਾਮ ਵੀ ਹੈ। ਤੇ ਘੋੜੀ ਜਦੋਂ ਆਪਣਾ ਪੇਂਟ ਕਰਦੇ ਨੇ, ਜਿਹੜੀ ਉਹਦੇ ਲਈ ਸੀੜੀ ਵਰਤੀ ਜਾਂਦੀ ਹੈ, ਪੌੜੀ ਵਰਤੀ ਜਾਂਦੀ ਹੈ, ਉਸ ਨੂੰ ਵੀ ਘੋੜੀ ਆਖਿਆ ਜਾਂਦਾ ਹੈ। ਤੇ ਗੁਰੂ ਪਿਆਰੇ ਖਾਲਸਾ ਜੀ, ਮੇਰਾ ਸਿੱਖ ਭੁਲੇਖੇ ਦੇ ਵਿੱਚ ਨਾ ਪੈ ਜਾਵੇ, ਇਸ ਲਈ ਸਤਿਗੁਰਾਂ ਨੇ ਇੱਥੇ ਨੂਮੈਰਿਕ ਦੀ ਵਰਤੋਂ ਕੀਤੀ ਹੈ। ਪੰਚਮ ਪਾਤਸ਼ਾਹ ਨੇ ਜਦੋਂ ਸਾਰੇ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕੀਤਾ, ਉਹਨਾਂ ਨੇ ਨਹੀਂ ਵੇਖਿਆ ਕਿ ਕਿਹੜਾ ਭਗਤ ਕਿਸ ਗੋਤ ਦਾ ਹੈ, ਕਿਸ ਜਾਤ ਦਾ ਹੈ, ਕਿਸ ਕੁਲ ਦਾ ਹੈ, ਕਿਹੜੀ ਸਟੇਟ ਤੋਂ ਹੈ। ਬਿਨਾਂ ਕਿਸੇ ਭੇਦ ਭਾਵ ਤੋਂ ਸਾਰੇ ਭਗਤ ਸਾਹਿਬਾਨ ਦੀ ਬਾਣੀ ਨੂੰ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਾਮਲ ਕੀਤਾ। ਇਕੱਠੀਆਂ ਬਾਣੀ ਦੀਆਂ ਪੋਥੀਆਂ ਨੂੰ ਉਹ ਗੁਰੂ ਅਰਜਨ ਜੀ ਵੱਡਾ ਉਪਕਾਰ ਕੀਤਾ। ਫਿਰ ਲਿਖਵਾ ਕੇ ਭਾਈ ਗੁਰਦਾਸ ਕੋਲੋਂ ਰਾਮਸਰ ਵਿੱਚ ਗ੍ਰੰਥ ਤਿਆਰ ਕੀਤਾ। ਇਹ ਦਾ ਗ੍ਰੰਥ ਜਹਾਜ਼ ਬਣਾ ਕੇ ਦੇ ਉਹ ਭਵ ਸਾਗਰੋਂ ਸਿੱਖਾਂ ਨੂੰ ਪਾਰ ਕੀਤਾ, ਭਵ ਸਾਗਰੋਂ ਸਿੱਖਾਂ ਨੂੰ ਪਾਰ ਕੀਤਾ। ਤੇ ਗੁਰੂ ਪਿਆਰੇ ਖਾਲਸਾ ਜੀ, ਮੇਰੇ ਪਾਤਸ਼ਾਹ ਨੇ ਐਸੇ ਬੋਲਾਂ ਨੂੰ ਵੀ ਗੁਰਬਾਣੀ ਦੇ ਵਿੱਚ ਸ਼ਾਮਲ ਕੀਤਾ, ਐਸੇ ਕੱਟੜ ਬੋਲਾਂ ਨੂੰ ਜਿਨ੍ਹਾਂ ਨੂੰ ਕੁਰਾਨ ਸ਼ਰੀਫ ਦੇ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ। ਪੰਜਾਬ ਦੀ ਧਰਤੀ ਦੇ ਕੱਟੜ ਮੁਸਲਮਾਨ ਬਾਬਾ ਸ਼ੇਖ ਫਰੀਦ ਜੀ, ਉਹਨਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਾਮਲ ਕੀਤਾ ਗਿਆ। ਫਰੀਦ ਸਾਹਿਬ ਕੀ ਕਹਿੰਦੇ ਨੇ? ਉੱਠ ਫਰੀਦਾ ਉਜੂ ਸਾਜ ਸੁਬਹ ਨਵਾਜ਼ ਗਜਾਰ,
ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾਪੇ ਉਤਾਰ। ਕਹਿੰਦੇ ਜਿਹੜਾ ਸਿਰ ਉਹ ਸਾਈਂ ਦੇ ਅੱਗੇ, ਉਸ ਦਾਤੇ ਦੇ ਅੱਗੇ ਨਹੀਂ ਝੁਕਦਾ, ਉਹ ਸਿਰ ਕੱਟ ਦੇਣਾ ਚਾਹੀਦਾ। ਤੇ ਗੁਰੂ ਪਿਆਰੇ ਖਾਲਸਾ ਜੀ, ਤੁਸੀਂ ਕਦੇ ਵੀ ਕਿਸੇ ਮੰਦਿਰ ਦੇ ਵਿੱਚ ਕਿਸੇ ਮੁਸਲਮਾਨ ਨੂੰ ਨਮਾਜ਼ ਪੜ੍ਹਦਿਆਂ ਨਹੀਂ ਤੱਕਿਆ ਹੋਵੇਗਾ, ਤੇ ਕਦੇ ਵੀ ਕਿਸੇ ਮਸਜਿਦ ਦੇ ਵਿੱਚ ਕਿਸੇ ਬ੍ਰਾਹਮਣ ਨੂੰ ਆਰਤੀ ਕਰਦਿਆਂ ਨਹੀਂ ਤੱਕਿਆ ਹੋਵੇਗਾ। ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੇ ਅਸੀਂ ਪੜ੍ਹੀਏ ਤਾਂ ਇੱਥੇ ਬਾਬਾ ਸ਼ੇਖ ਫਰੀਦ ਜੀ ਬੈਠ ਕੇ ਨਮਾਜ਼ਾਂ ਪੜ੍ਹ ਰਹੇ ਨੇ, ਤੇ ਧੰਨੇ ਭਗਤ ਤੇ ਨਾਮਦੇਵ ਵਰਗੇ ਭਗਤ ਬੈਠ ਕੇ ਆਦਿ ਦਾ ਉਚਾਰਨ ਕਰ ਰਹੇ ਨੇ। ਇਹ ਸਾਂਝਾ ਗ੍ਰੰਥ ਪਾਤਸ਼ਾਹ ਨੇ ਤਿਆਰ ਕੀਤਾ ਕਿ ਦੁਨੀਆ ਦੇ ਵਿੱਚ ਜਿਹੜੇ ਭਰਮ ਫੈਲੇ ਹੋਏ ਨੇ, ਨਫ਼ਰਤ ਜਿਹੜੀ ਫੈਲੀ ਹੋਈ ਹੈ, ਉਹ ਖਤਮ ਹੋ ਜਾਵੇ। ਇੱਕ ਸਾਂਝਾ ਗ੍ਰੰਥ ਤਿਆਰ ਕੀਤਾ ਗਿਆ। ਤੇ ਗੁਰੂ ਪਿਆਰੇ ਖਾਲਸਾ, ਜਦੋਂ ਇਹ ਕਾਰਜ ਰਾਮਸਰ ਸਰੋਵਰ ਦੇ ਕੰਢੇ ਬੈਠ ਕੇ ਸੰਪੂਰਨ ਹੋਇਆ, ਬਾਬਾ ਬੁੱਢਾ ਜੀ ਦੇ ਸੀਸ ਦੇ ਉੱਤੇ ਆਦਿ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਗਿਆ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਪਿੱਛੋਂ ਚੌਰ ਕਰ ਰਹੇ ਨੇ। ਸੰਗਤਾਂ ਨੂੰ ਪਹਿਲਾਂ ਹੀ ਸੁਨੇਹੇ ਭੇਜ ਦਿੱਤੇ ਗਏ ਸਨ ਕਿ ਅੱਜ ਆਦਿ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਹੈ। ਦਰਬਾਰ ਸਾਹਿਬ ਦੀ ਧਰਤੀ ਵਿਖੇ ਵੱਡਾ ਇਕੱਠ ਹੋਇਆ। ਨਗਰ ਕੀਰਤਨ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਿਆਂ ਇਹ ਜਿਹੜਾ ਨਗਰ ਕੀਰਤਨ ਸੀ ਦਰਬਾਰ ਸਾਹਿਬ ਵਿਖੇ ਪਹੁੰਚਿਆ ਤੇ ਪਹਿਲਾ ਪ੍ਰਕਾਸ਼ ਉੱਥੇ ਕੀਤਾ ਗਿਆ। ਹਰ ਪਾਸੇ ਹੈ ਖੜੀ ਸੁਗੰਧੀ ਤੇ ਝੂਮ ਰਹੇ ਨੇ ਮਾਲੀ। ਉਹ ਜੀ ਆਇਆਂ ਨੂੰ ਹਰ ਕੋਈ ਕਹਿੰਦਾ, ਤੇ ਅੱਜ ਫੁੱਲਾਂ ਸੇਜ ਵਿਛਾਲੀ ਬੈਸ ਜੀ ਸੂਰਜ ਦੇਖ ਅਨੋਖਾ ਹੈ ਹਰ ਚਿਹਰੇ ਤੇ ਲਾਲੀ। ਅੱਜ ਹਰ ਚਿਹਰੇ ਤੇ ਲਾਲੀ। ਬਾਬਾ ਬੁੱਢਾ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ ਤੇ ਪੰਚਮ ਪਾਤਸ਼ਾਹ ਨੇ ਬਚਨ ਆਖੇ, ਬਾਬਾ ਜੀ ਮੁੱਖ ਵਾਕ ਲਿਓ। ਤੇ ਮੁੱਖ ਵਾਕ ਕੀ ਆਇਆ? ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤਤ ਸੁਹਾਵੀ ਤਾਲ ਸੁਹਾਵੀ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤੇ ਗੁਰੂ ਪਿਆਰੇ ਖਾਲਸਾ ਜੀ, ਇਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਸਵਾਲ ਕੀਤਾ, ਪਾਤਸ਼ਾਹ ਹੁਣ ਪ੍ਰਕਾਸ਼ ਤੇ ਹੋ ਗਿਆ, ਸੁਖਾਸਨ ਕਿੱਥੇ ਕਰਨਾ ਹੈ? ਪੰਚਮ ਪਾਤਸ਼ਾਹ ਨੇ ਆਖਿਆ, ਜਿੱਥੇ ਅਸੀਂ ਆਸਣ ਲਾਉਂਦੇ ਹਾਂ ਉੱਥੇ ਸੁਖਾਸਨ ਕੀਤਾ ਜਾਵੇ। ਉਸ ਤਖਤ ਸਾਹਿਬ ਤੇ ਉਸ ਪੀੜਾ ਸਾਹਿਬ ਤੇ ਸਤਿਗੁਰਾਂ ਦਾ ਸੁਖਾਸਨ ਕੀਤਾ ਗਿਆ ਤੇ ਪੰਚਮ ਪਾਤਸ਼ਾਹ ਆਪ ਉੱਥੇ ਥੱਲੇ ਜ਼ਮੀਨ ਦੇ ਉੱਤੇ ਚਾਦਰ ਵਿਛਾ ਕੇ ਸੌਂ ਗਏ। ਤੇ ਗੁਰੂ ਪਿਆਰੇ ਖਾਲਸਾ ਜੀ, ਇਹ ਸੰਦੇਸ਼ ਸਾਨੂੰ ਸਿੱਖਾਂ ਨੂੰ ਵੀ ਸਿੱਖਾ, ਜਦੋਂ ਤੁਸੀਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਉਂਦੇ ਹੋ ਨਾ, ਤਾਂ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਉੱਚੀ ਥਾਂ ਤੇ ਕਰਨਾ ਚਾਹੀਦਾ ਹੈ। ਅਕਸਰ ਕੀ ਵੇਖਣ ਦੇ ਵਿੱਚ ਆਉਂਦਾ ਹੈ ਕਿ ਅਸੀਂ ਗੁਰੂ ਸਾਹਿਬ ਦਾ ਪ੍ਰਕਾਸ਼ ਤੇ ਕਰਵਾ ਲੈਂਦੇ ਹਾਂ, ਪਰ ਕਰਵਾਉਂਦੇ ਵੀ ਥੱਲੇ ਆ, ਬਿਨਾਂ ਕਿਸੇ ਬੈੱਡ ਤੋਂ, ਬਿਨਾਂ ਕਿਸੇ ਤਖਤ ਪੋਸ਼ ਤੋਂ, ਤੇ ਆਪ ਸੋਫਿਆਂ ਦੇ ਉੱਤੇ ਬਹਿ ਕੇ, ਕੁਰਸੀਆਂ ਦੇ ਉੱਤੇ ਬਹਿ ਕੇ, ਬੈੱਡਾਂ ਦੇ ਉੱਤੇ ਬਹਿ ਕੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਹਾਂ। ਜੇਕਰ ਅਸੀਂ ਥੱਲੇ ਆਸਣ ਨਹੀਂ ਲਾ ਸਕਦੇ ਤਾਂ ਘੱਟੋ ਘੱਟ ਸਤਿਗੁਰਾਂ ਦੇ ਪ੍ਰਕਾਸ਼ ਦੇ ਲਈ ਕਿਸੇ ਬੈੱਡ ਜਾਂ ਤਖਤ ਪੋਸ਼ ਦਾ ਇੰਤਜ਼ਾਮ ਰੱਖੀਏ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਸਮਾਂ ਆਇਆ ਕਲਗੀਆਂ ਵਾਲੇ ਸ਼ਹਿਨਸ਼ਾਹ ਦਾ। ਦਮਦਮਾ ਸਾਹਿਬ ਦੀ ਧਰਤੀ ਵਿਖੇ 9ਵੇਂ ਪਾਤਸ਼ਾਹ ਦੀ ਬਾਣੀ ਨੂੰ ਭਾਈ ਮਨੀ ਸਿੰਘ ਜੀ ਦੀ ਕੋਲੋਂ ਦੁਬਾਰਾ ਅੰਕਿਤ ਕਰਵਾਇਆ ਗਿਆ। ਸਾਰੀ ਬਾਣੀ ਦੁਬਾਰਾ ਲਿਖੀ ਗਈ ਤੇ ਗੁਰੂ ਪਿਆਰੇ ਖਾਲਸਾ ਜੀ, ਨਾਂਦੇੜ ਦੀ ਧਰਤੀ ਵਿਖੇ ਪਹੁੰਚ ਕੇ ਮੇਰੇ ਪਾਤਸ਼ਾਹ ਨੇ ਸ਼ਬਦ ਗੁਰੂ ਦੇ ਨਾਲ ਜੋੜਦਿਆਂ ਹੋਇਆਂ ਆਪਣੇ ਖਾਲਸਾ ਪੰਥ ਨੂੰ ਹੁਕਮ ਕੀਤਾ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ਼ਬਦ ਗੁਰੂ ਦੇ ਨਾਲ ਪਾਪੜੀ ਚਲਈਏ, ਦੇ ਧਾਰੀਆਂ ਦਾ ਕਹਿਣਾ ਛੱਡ ਦਈਏ, ਉਹ ਸਭ ਮੁਲਕਾਂ ਦੇਸ ਦੇ ਸੰਤਰਾਂ ਚ ਉਹ ਖਾਲਸਾ ਪੰਥ ਦੇ ਨਿਸ਼ਾਨਾਂ ਨੂੰ ਗੱਡ ਦਈਏ। ਜੇਕਰ ਰੱਬ ਨੂੰ ਮਿਲਣ ਦੀ ਚਾਹ ਹੋਵੇ, ਐਵੇਂ ਬੜੀ ਮਸਾਂ ਤੇ ਜਾਈਦਾ ਨਹੀਂ। ਗੁਰੂ ਗ੍ਰੰਥ ਦੀ ਬਾਣੀ ਨੂੰ
ਕਿਰਪਾ ਕਰਨ ਸਾਡੇ ਗੁਰਪੁਰਬ ਮਨਾਏ ਸਫਲੇ ਹੋਣ, ਸਾਨੂੰ ਜੀਵਨ ਜਿਉਣ ਦੀ ਜਾਂਚ ਆ ਜਾਵੇ। ਆਓ ਹੁਣ ਚੱਲ ਰਹੇ ਲੜੀਵਾਰ ਪ੍ਰਕਾਰ ਨੂੰ ਅੱਗੇ ਤੋਰਨ ਦਾ ਯਤਨ ਕਰੀਏ। ਹੁਣ ਤੱਕ ਆਪ ਜੀ ਸਰਵਣ ਕਰ ਚੁੱਕੇ ਹੋ ਕਿਵੇਂ ਨਿਰੰਕਾਰੀ ਲਹਿਰ ਉੱਭਰ ਕੇ ਸਾਹਮਣੇ ਆਉਂਦੀ ਹੈ, ਕਿਵੇਂ ਅੰਮ੍ਰਿਤਸਰ ਦੀ ਧਰਤੀ ਵਿਖੇ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ 13 ਵਿਦੋਸ਼ੀ ਸਿੰਘਾਂ ਨੂੰ, ਨਿਹੱਥੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। 20ਵੀਂ ਸਦੀ ਦੇ ਮਹਾਨ ਸੂਰਬੀਰ ਯੋਧੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਦੋਂ ਜੋਸ਼ ਭਰੀ ਤਕਰੀਰ ਕੀਤੀ, ਸਿੱਖਾਂ ਦੀ ਅਣਖ ਨੂੰ ਵੰਗਾਰਿਆ, ਖਾਲਸਾ ਜੀ ਉੱਠੋ ਕੋਈ ਸੂਰਮਾ ਜਿਹੜਾ ਕੌਮ ਦੇ ਮੱਥੇ ਤੇ ਲੱਗਿਆ ਹੋਇਆ ਕਲੰਕ ਲਾ ਸਕੇ। ਇਹ ਜ਼ਿੰਮੇਵਾਰੀ ਦੋ ਸਿੰਘਾਂ ਨੇ ਆਪਣੇ ਮੋਢਿਆਂ ਤੇ ਲਈ ਹੈ। ਉਹਨਾਂ ਦਾ ਨਾਮ ਹੈ, ਇੱਕ ਹੈ ਭਾਈ ਸਾਹਿਬ ਭਾਈ ਕਾਬਲ ਸਿੰਘ ਜੀ ਤੇ ਦੂਜੇ ਨੇ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ। ਇਹਨਾਂ ਦੋਵੇਂ ਸੂਰਮਿਆਂ ਨੇ ਗਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ਿਸ਼ ਕਰਿਓ ਕਿ ਇਹ ਸੇਵਾ ਤੁਸੀਂ ਸਾਡੇ ਕੋਲੋਂ ਲਿਓ। ਬੜੀ ਬਹਾਦਰ ਕੌਮ ਹੈ ਸਾਡੀ। ਸਾਡੀ ਕੌਮ ਦੀ ਬਹਾਦਰਤਾ ਨੂੰ, ਸੂਰਬੀਰਤਾ ਨੂੰ ਫਰਖਸ਼ੀਰ ਵਰਗੇ, ਅਬਦਾਲੀ ਵਰਗੇ ਬਾਦਸ਼ਾਹ ਮੰਨਦੇ ਆਏ ਨੇ। ਜਦੋਂ ਅਬਦਾਲੀ ਆਪਣਾ ਚੌਥਾ ਹਮਲਾ ਕਰਕੇ ਭਾਰਤ ਦੇ ਵਿੱਚੋਂ ਵਾਪਸ ਜਾ ਰਿਹਾ ਸੀ ਲੁੱਟ ਖੋਹ ਦਾ ਮਾਲ ਲੈ ਕੇ, ਰਸਤੇ ਦੇ ਸਿੱਖਾਂ ਨੇ ਗੁਰੀਲਾ ਯੁੱਧ ਨੀਤੀ ਦੇ ਤਹਿਤ ਇਹਨੂੰ ਲੁੱਟ ਲਿਆ। ਆਪਣੇ ਸਿਪਾਹ ਸਲਾਰਾਂ ਨੂੰ ਸਵਾਲ ਕਰਦਾ, ਕਹਿੰਦਾ ਕੌਣ ਨੇ ਦਾੜੀ ਮੁੱਛਾਂ ਵਾਲੇ ਲੋਕ, ਦਿਨੇ ਕਿਤੇ ਨਜ਼ਰ ਨਹੀਂ ਆਉਂਦੇ, ਰਾਤ ਨੂੰ ਆਉਂਦੇ ਨੇ, ਮੇਰਾ ਸਾਰਾ ਲੁੱਟਿਆ ਹੋਇਆ ਮਾਲ ਖੋਹ ਕੇ ਲੈ ਜਾਂਦੇ ਨੇ। ਉਹਦੇ ਅਫਸਰ ਨੇ ਦੱਸਿਆ, ਕਹਿੰਦਾ ਦਾੜੀ ਮੁੱਛਾਂ ਵਾਲੇ ਲੋਕ ਸਿੱਖ ਨੇ, ਇਹਨਾਂ ਦਾ ਪੀਰ ਹੋਇਆ ਗੁਰੂ ਨਾਨਕ। ਅੰਮ੍ਰਿਤਸਰ ਦੀ ਧਰਤੀ ਵਿਖੇ ਇਹਨਾਂ ਦਾ ਵਿਸ਼ਾਲ ਸਰੋਵਰ ਜਿੱਥੇ ਵਿੱਚ ਇਹ ਡੁੱਬੀਆਂ ਲਾ ਕੇ ਇਸ਼ਨਾਨ ਕਰਕੇ ਇਹ ਸ਼ਕਤੀ ਪ੍ਰਾਪਤ ਕਰਦੇ ਨੇ। ਇੱਕ CID ਅਫਸਰ ਖੜਾ ਹੋਇਆ, कहने लगा, सुनो बादशाह, इन सिंगल की सुनाऊं मैं बात तुझको, अल्लाह की कसम मेरी कांपती जुबान है, मोटी मोटी मुझे नेत्र है लाल टाके, नारा जब लाए तो निकलते परान है। हाय हाय अल्लाह, सिंह करे जब हल्ला मच जाए तो थल्ला, वो कसम कुरान है। कहता है बहादुर कौन, ये नहीं कदे खत्म हो सकती। ते दूजे पासे पापियां के मारने को पाप महाबली है। ਇਹ ਬਾਬਾ ਪਹਿਲਾਂ ਤਾਂ ਫੁਕਰਪੰਤੀ ਦੇ ਵਿੱਚ, ਹੰਕਾਰ ਦੇ ਵਿੱਚ ਆ ਕੇ ਸਾਡੀ ਕੌਮ ਦੇ ਨਾਲ ਪੰਗੇ ਲੈਂਦਾ ਰਿਹਾ। ਸਾਡੇ ਇਸ਼ਟ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਊਲ ਜਲੂਲ ਬੋਲਦਾ ਰਿਹਾ, ਬੜੀਆਂ ਬੇਅਦਬੀ ਕਰਨੀਆਂ ਇਸਨੇ ਕੋਸ਼ਿਸ਼ਾਂ ਕੀਤੀਆਂ, ਪਰ ਅੰਤ ਦੇ ਵਿੱਚ ਇਹਨੂੰ ਆਪਣੀ ਮੌਤ ਸਾਹਮਣੇ ਨਜ਼ਰ ਆਈ ਹੈ। ਹੁਣ ਅਖਬਾਰ ਦੇ ਵਿੱਚ ਸਥਾਈਆਂ ਦਿੰਦਾ ਫਿਰਦਾ ਹੈ ਕਿ ਮੇਰਾ ਇਹ ਮੰਤਵ ਨਹੀਂ ਸੀ, ਮੇਰਾ ਇਹ ਮੋਟਿਵ ਨਹੀਂ ਸੀ। ਇਹਦੀ ਜਿਹੜੀ ਘਰਵਾਲੀ ਸੀ ਕੁਲਵੰਤ ਕੌਰ, ਜਿਹਨੂੰ ਬਲਤੋ ਵੀ ਆਖਿਆ ਜਾਂਦਾ ਸੀ, ਉਹਨੇ ਸਿੱਖਾਂ ਦੀ ਹਿਸਟਰੀ ਨੂੰ ਪੜ੍ਹਿਆ ਕਿ ਕਿੱਡੀ ਬਹਾਦਰ ਕੌਮ ਹੈ, ਇਹਨਾਂ ਨੇ ਕਦੇ ਵੀ ਕਿਸੇ ਦਾ ਕੋਈ ਉਧਾਰ ਨਹੀਂ ਰੱਖਿਆ। ਉਹਨੂੰ ਇੱਕ ਦਿਨ ਸੁਪਨਾ ਆਇਆ, ਸੁਪਨੇ ਦੇ ਵਿੱਚ ਉਹਨੂੰ ਦੋ ਖਾਲਸਾ ਸਿੰਘਾਂ ਦੇ ਦਰਸ਼ਨ ਹੋਏ। ਉਹ ਖਾਲਸਾ ਸਿੰਘ ਆਖੇ, ਸਾ ਬੀਬੀ ਅੱਜ ਨਹੀਂ ਬਚਣਾ ਗੁਰਬਚਨਾ, ਪਾਪੀ ਨੂੰ ਸੋਚ ਕੇ ਹੀ ਛੱਡਾਂਗੇ। ਬੀਬੀ ਨੇ ਜੋ ਸੁਪਨੇ ਦੇ ਵਿੱਚ ਤੱਕਿਆ, ਬਾਬੇ ਗੁਰਬਚਨੇ ਨੂੰ ਉਵੇਂ ਹੀ ਦੱਸਿਆ ਤੇ ਗੁਰਬਚਨਾ ਤੋਂ ਕੀ ਜਵਾਬ ਦਿੰਦਾ, ਉਹ ਸਵਾਲ ਜਵਾਬ ਤੋਂ ਘੱਟ ਹੀ ਸਭ ਕੁਝ ਇਉਂ ਕੀਤਾ। ਹੱਥ ਜਿਹੜਾ ਪਾਇਆ ਉਹ ਤਾਂ ਸ਼ਾਨ ਦੇ ਰਜਾੜੀ ਨੇ ਜੜਾਂ ਤੋਂ ਵੱਢ ਦੇ। ਹਿਸਟਰੀ ਦੀ ਬੁੱਕ ਇੱਕ ਰੀਡ ਕੀਤੀ ਟੂੜੇ, ਇਹ ਤਾਂ ਗਿਲਟੀ ਤੇ ਦੋਖੀਆਂ ਨੂੰ, ਗਿਲਟੀ ਤੇ ਦੋਖੀਆਂ ਨੂੰ ਨਹੀਂ ਛੱਡ ਦੇ। ਐਨੇ ਕਾਲੋ ਕੰਮ ਤੋਂ ਘਬਰਾਈ ਜਾਂਦੀ, ਮੇਰਾ ਵੀ ਤੂੰ ਹੌਸਲਾ ਡੁਲਾਈ ਜਾਂਦੀ। ਐਨੇ ਕਾਲੋ ਕੰਮ ਤੋਂ ਘਬਰਾਈ ਜਾਂਦੀ, ਮੇਰਾ ਵੀ ਤੂੰ ਹੌਸਲਾ ਡੁਲਾਈ ਜਾਂਦੀ। ਮਾੜੀ ਮੋਟੀ ਗੱਲ ਨਹੀਂ ਨਾ ਬੰਦਾ
चिंता लगाई हुई है दिल्ली सरकार नाल गल मेरी पक्की नी मदद सिक्योरिटी खास सिक्योरिटी लगाई हुई है ਅੰਮ੍ਰਿਤਸਰ ਜਾ ਕੇ ਪੰਗਾ ਲੈ ਲਿਆ ਚੰਗੀ ਭਲੀ ਮੌਜ ਸੀ ਤੂੰ ਐਵੇਂ ਕਹਿ ਗਿਆ ਚੱਲਿਆ ਦੇ ਬਾਗ ਵਾਲ ਯਾਦ ਕਰ ਸਕੇ ਭਾਗੀ ਉਦਮ ਦੇ ਲੰਦਨ ਚ ਜਾ ਕੇ ਲੱਭਦੇ ਹਿਸਟਰੀ ਦੀ ਬੁੱਕ ਇੱਕ ਰੀਡ ਕੀਤੀ ਟੂੜੇ ਇਹ ਤਾਂ ਗਿਲਟੀ ਤੇ ਦੋਖੀਆਂ ਨੂੰ ਨਹੀਂ ਛੱਡਦੇ ओ साने जा मैं रब लोकी मत्था टेकदे साने जा मैं रब लोकी मत्था टेकदे लीडर जो वड्डे साडे वल वेखदे कोठी तेरी विच चीड़ी भी ना पार मारे सख्ती मैं इतनी कराई होई है दिल्ली सरकार नाल गल मेरी पूरी नी मैं जट सिक्योरिटी खास सिक्योरिटी लगाई होई है ਪਿੰਡਾਂ ਵਾਲੇ ਦਾ ਸੁਣਨਾ ਵੀ ਕੰਬਦੇ ਨਾਮ ਕੰਬਦੇ ਤੇਰੇ ਵਰਗੀਆਂ ਨੂੰ ਜੱਗੇ ਲਾ ਕੇ ਟੰਗਦੇ ਪਿੰਡਾਂ ਵਾਲੇ ਦਾ ਸੁਣਨਾ ਵੀ ਕੰਬਦੇ ਤੇਰੇ ਵਰਗੀਆਂ ਨੂੰ ਜੱਗੇ ਲਾ ਕੇ ਟੰਗਦੇ ਲੇਖਾ ਜੋਖਾ ਦੇਣਾ ਪੈਣਾ ਕਾਰਵਾਂ ਦਾ ਸਾਨੂੰ ਵੇਦ ਤੇ ਬਦਾਤ ਵੀ ਇਹ ਲਿਖ ਦੱਸਦੇ ਹਿਸਟਰੀ ਦੀ ਬੁੱਕ ਇੱਕ ਰੀਡ ਕੀਤੀ ਟੂੜੇ ਇਹ ਤਾਂ ਗਿਣਤੀ ਦੇ ਦੋਖੀਆਂ ਨੂੰ ਨਹੀਂ ਛੱਡਦੇ पूरा दिन सिंगां दे वाली कोई गल ना पाड़ी अवतार बाणी होनी पलना चप्पे चप्पे उत्ते ला के रखिया नी पैरा CRP भी वखरी लगाई होई है दिल्ली सरकार नाल गल मेरी पूरी नी मैं जट सिक्योरिटी खास सिक्योरिटी लगाई होई है ਇੱਕ ਗੱਲ ਸੁਣੀ ਮੇਰੇ ਚੰਨ ਮੱਖਣਾ ਤੇਰੇ ਤੋਂ ਬਿਨਾ ਵੇ ਲੱਗੇ ਜੱਗ ਸਖਣਾ ਸ਼ੇਰਾਂ ਦੀਆਂ ਘੁੰਨੀਆਂ ਤੂੰ ਹੱਥ ਜਿਹੜਾ ਪਾਇਆ ਉਹ ਤਾਂ ਸ਼ਾਨ ਦੇਣ ਜਾਣੀ ਨੇ ਜੜਾ ਤੋਂ ਵੱਢ ਦੇ ਹਿਸਟਰੀ ਦੀ ਬੁੱਕ ਇੱਕ ਰੀਡ ਕੀਤੀ ਟੂੜਾ ਉਹ ਤਾਂ ਗਿਣਤੀ ਦੇ ਦੋਖੀਆਂ ਨੂੰ ਨਹੀਂ ਛੱਡਦੇ ਐਵੇਂ ਕਾਤੋਂ ਘਬਰਾਈ ਜਾਂਦੀ ਏ ਮੇਰਾ ਵੀ ਤੂੰ ਹੌਸਲਾ ਡੁਲਾਈ ਜਾਂਦੀ ਏ ਮਾੜੀ ਮੋਟੀ ਗੱਲ ਨੀ ਮੈਂ ਬੰਦਾ ਸਰਕਾਰੀ ਚੰਗਿਆਂ ਦੀ ਬੂਦ ਨੀ ਭੁਲਾਈ ਹੋਈ ਏ ਦਿੱਲੀ ਸਰਕਾਰ ਨਾਲ ਗੱਲ ਮੇਰੀ ਪੂਰੀ ਨੀ ਮੈਂ ਜੱਟ ਸਿਕਿਉਰਿਟੀ ਖਾਸ ਸਿਕਿਉਰਿਟੀ ਲਗਾਈ ਹੋਈ ਏ ਗਿਣਤੀ ਦੇ ਦੋਖੀਆਂ ਨੂੰ ਨਹੀਂ ਛੱਡਦੇ ਖਾਸ ਸਿਕਿਉਰਿਟੀ ਲਗਾਈ ਹੋਈ ਏ ਇਹ ਤਾਂ ਗਿਣਤੀ ਦੇ ਦੋਖੀਆਂ ਨੂੰ ਨਹੀਂ ਛੱਡਦੇ ਬਾਬੇ ਦੀ ਘਰਵਾਲੀ ਕੁਲਵੰਤ ਕੌਰ ਨੇ ਆਪਣੇ ਦਿਲ ਦੇ ਬਲਬਲੇ ਆਪਣੇ ਘਰਵਾਲੀ ਨਾਲ ਸਾਂਝੇ ਕੀਤੇ। ਉਹ ਵੀ ਅੱਗੋਂ ਹੰਕਾਰ ਦਾ ਮਾਰਿਆ ਹੋਇਆ ਸੀ, ਕਹਿੰਦਾ ਮੇਰੀ ਸਿਕਿਉਰਿਟੀ ਬੜੀ ਤਗੜੀ ਹੈ, ਕਿਉਂ ਘਬਰਾਈ ਜਾਂਦੀ ਹੈ।
ਮਹਾਰਾਸ਼ਟਰ ਦੇ ਲਾਗੇ ਬਾਬੇ ਦੇ ਉੱਤੇ ਇੱਕ ਹਮਲਾ ਹੋਇਆ ਸੀ ਤੇ ਇੱਕ ਐਕਸੀਡੈਂਟ ਹੋਇਆ ਸੀ, ਜਿਸ ਤੋਂ ਬਾਅਦ ਇਸਨੇ ਹਮਦਰਦੀ ਦੇ ਬਿਹਾਰ ਦੇ ਉੱਤੇ ਜੈਟ ਪਲੱਸ ਸਿਕਿਉਰਿਟੀ ਲੈ ਲਈ ਸੀ। ਅੱਜ ਵੀ ਪੰਜਾਬ ਦੀ ਧਰਤੀ ਤੇ ਉਹ ਤਾਂ ਹੋ ਰਿਹਾ। ਇਹ ਜਿਹੜੇ ਬਾਨਰ ਸੈਨਾ ਵਾਲੇ ਨੇ, ਸ਼ਿਵ ਸੈਨਾ ਵਾਲੇ ਨੇ, ਇੱਕ ਘਟਿਆ ਬਿਆਨਬਾਜ਼ੀ ਕਰਦੇ ਨੇ ਤੇ ਫਿਰ ਕਹਿੰਦੇ ਨੇ ਸਾਡੀ ਜਾਨ ਨੂੰ ਖਤਰਾ ਹੈ ਤੇ ਸਿਕਿਉਰਿਟੀਆਂ ਲੈਂਦੇ ਫਿਰਦੇ ਨੇ। ਤੇ ਗੁਰੂ ਪਿਆਰੇ ਖਾਲਸਾ ਜੀ, ਅੱਜ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਦੀ ਉਸ ਵੇਲੇ ਦੀ ਉਮਰ ਲਗਭਗ 25 ਤੋਂ 26 ਸਾਲ ਦੇ ਕਰੀਬ ਸੀ, ਉਹਨਾਂ ਨੇ ਪਾਏ ਦਿੱਲੀ ਨੂੰ ਚਾਲੇ। ਉੱਥੇ ਜਾ ਕੇ ਪਹਿਲਾਂ ਤਰਖਾਣੇ ਦਾ ਕੰਮ ਸਿੱਖਿਆ ਤੇ ਹੌਲੀ ਹੌਲੀ ਜਦੋਂ ਕੰਮ ਸਿੱਖ ਲਿਆ, ਫਿਰ ਜਿਹੜੇ ਨਿਰੰਕਾਰੀਆਂ ਦੇ ਚੇਲੇ ਸਨ ਉਹਨਾਂ ਨੇ ਆਪਣੀ ਨੇੜਤਾ ਵਧਾਈ, ਉਹਨਾਂ ਨੂੰ ਨਿਰਵਰਤਨ ਵਧਾਇਆ, ਫਿਰ ਹੌਲੀ ਹੌਲੀ ਉਹਨਾਂ ਦੇ ਕੁਸੰਗਾਂ ਦੇ ਜਾਣਾ ਸ਼ੁਰੂ ਕਰ ਦਿੱਤਾ। ਨਿਰੰਕਾਰੀ ਨੂੰ ਮੰਨਣ ਦੇ ਲਈ ਨਹੀਂ, ਆਪਣੇ ਮਿਸ਼ਨ ਨੂੰ ਪੂਰਾ ਕਰਨ ਦੇ ਲਈ। ਤੇ ਗੁਰੂ ਪਿਆਰੇ ਖਾਲਸਾ ਜੀ ਤੇ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਗਈ। ਬਾਬਾ ਕਿਸ ਟਾਈਮ ਆਉਂਦਾ, ਕਿਸ ਟਾਈਮ ਜਾਂਦਾ। ਉਹਨਾਂ ਦਿਨਾਂ ਦੇ ਵਿੱਚ ਬਾਬਾ ਗੁਰਬਚਨ ਦਿੱਲੀ ਦੀਆਂ ਗਲੀਆਂ ਦੇ ਵਿੱਚ ਕੂੜ ਪ੍ਰਚਾਰ ਕਰਨ ਜਾਂਦਾ ਸੀ। ਸ਼ਾਮੀ 6 ਵਜੇ ਜਾਂਦਾ ਸੀ ਤੇ 10:30 11 ਵਜੇ ਵਾਪਸ ਆ ਜਾਂਦਾ ਸੀ। ਰੇਕੀ ਪੂਰੀ ਹੋਈ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਨਿਰੰਕਾਰੀ ਭਵਨ ਦੇ ਅੰਦਰ ਤਰਖਾਣੇ ਦੀ ਨੌਕਰੀ ਮਿਲ ਗਈ। ਉਹਨਾਂ ਨੇ ਕੋਈ ਕੰਮ ਕਰ ਦਿੱਤਾ ਸੀ, ਕੋਈ ਟੁੱਟਿਆ ਹੋਇਆ ਫਰਨੀਚਰ ਸੀ, ਉਸ ਨੂੰ ਠੀਕ ਕਰ ਦਿੱਤਾ, ਭਰੋਸਾ ਬਣਾ ਲਿਆ, ਜਿਸ ਕਾਰਨ ਉਹਨਾਂ ਨੂੰ ਨਿਰੰਕਾਰੀ ਭਵਨ ਦੇ ਵਿੱਚ ਤਰਖਾਣੇ ਦੀ ਨੌਕਰੀ ਮਿਲ ਗਈ। ਹੁਣ ਦਾਖਲਾ ਹੋ ਗਿਆ, ਰੇਕੀ ਵੀ ਪੂਰੀ ਹੋ ਚੁੱਕੀ ਹੈ। ਹੁਣ ਅਗਲਾ ਮਿਸ਼ਨ ਪੂਰਾ ਕਰਨਾ ਹੈ, ਜਿਹੜਾ ਕਿ ਸਭ ਤੋਂ ਵੱਡਾ ਚੈਲੰਜ ਸੀ। ਪਰ ਭਾਈ ਸਾਹਿਬ ਨੇ ਆਪਣਾ ਸੁਭਾਅ ਹੀ ਐਸਾ ਬਣਾ ਰੱਖਿਆ ਸੀ, ਉਹਨਾਂ ਤੇ ਕੋਈ ਸ਼ੱਕ ਹੀ ਨਹੀਂ ਸੀ ਕਰ ਸਕਦਾ, ਕਿਉਂਕਿ ਸਾਡੇ ਉੱਤੇ ਅੱਜ ਤੱਕ ਜਿੰਨੇ ਹਮਲੇ ਹੋਏ ਸਾਡੇ ਵਿੱਚ ਘੁਸਪੈਠ ਕਰਕੇ ਕੀਤੇ ਗਏ। ਅੱਜ ਇਹੋ ਫਾਰਮੂਲਾ ਭਾਈ ਸਾਹਿਬ ਅਪਣਾਉਣ ਲੱਗੇ ਨੇ। ਉਹਨਾਂ ਨੇ ਇੱਕ ਲੱਕੜ ਦੇ ਬਕਸੇ ਦੇ ਵਿੱਚ ਐਸੇ ਢੰਗ ਨਾਲ ਇੱਕ ਰਿਵਾਲਵਰ ਫਿੱਟ ਕਰ ਲਈ, ਇੱਕ ਕਾਰਬਾਈਨ ਫਿੱਟ ਕਰ ਲਈ ਕਿ ਕਿਸੇ ਨੂੰ ਸ਼ੱਕ ਹੀ ਨਾ ਹੋ ਸਕਿਆ। ਤੇ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਕਾਬਲ ਸਿੰਘ ਜੀ ਨੂੰ ਵੀ ਅੰਦਰ ਵਾੜ ਲਿਆ, ਕਿਸੇ ਨੂੰ ਕੋਈ ਸ਼ੱਕ ਨਾ ਹੋਇਆ। ਅੰਤ ਸਮਾਂ ਆਇਆ 12 ਅਪ੍ਰੈਲ 1980 ਦਾ। ਬਾਬਾ ਦਿੱਲੀ ਦੀ ਧਰਤੀ ਤੇ ਕੂੜ ਪ੍ਰਚਾਰ ਕਰਨ ਤੋਂ ਬਾਅਦ ਆਪਣੇ ਘਰ ਵੱਲ ਨੂੰ ਵਾਪਸ ਆ ਰਹੇ ਆ। ਚਿੱਟੀ ਐਂਬੈਸਡਰ ਕਾਰ ਹੈ, ਬਾਬਾ ਆਪ ਬੈਠਿਆ ਹੋਇਆ, ਨਾਲ ਇਹਦੀ ਘਰ ਵਾਲੀ ਕੁਲਵੰਤ ਕੌਰ, ਨਾਲ ਚੀਫ ਇਨ ਕਮਾਂਡਰ ਪ੍ਰਤਾਪ ਸਿੰਘ। ਇਹ ਤਿੰਨੋਂ ਆਪਣੇ ਘਰ ਵੱਲ ਨੂੰ ਆ ਰਹੇ ਨੇ। ਸਿੰਘਾਂ ਨੂੰ ਆਪਣਾ ਬਦਲਾ ਲੈਣ ਦਾ ਸਹੀ ਸਮਾਂ ਜਾਪਿਆ। ਉਹਨਾਂ ਨੇ 6ਵੇਂ ਪਾਤਸ਼ਾਹ ਦਾ ਧਿਆਨ ਕਰਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਤੁਸੀਂ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਇਹਨੂੰ ਭੜੀਸਿਆ ਸੀ, ਕਿਰਪਾ ਕਰੋ ਸਾਨੂੰ ਵੀ ਉਹੀਓ ਬਲ ਬਖਸ਼ਿਸ਼ ਕਰਿਓ। ਗੁਰੂ ਪਿਆਰੇ ਖਾਲਸਾ ਜੀ, ਆਇਆ ਉਹ ਸਮਾਂ ਭਾਗਾਂ ਵਾਲਾ। ਘੜੀ ਨਾ ਵਜਾਏ ਸ਼ਾਮ ਦੇ 10:30 ਸੂਰਮੇ ਲਈਆਂ ਪੋਜੀਸ਼ਨਾਂ। ਬਈ ਜਿਸ ਵੇਲੇ ਪਾਪੀ ਨੇ ਧਰਿਆ ਪੈਰ ਗੱਡੀ ਤੋਂ ਬਾਹਰ, ਸੂਰਮੇ ਨੇ ਕੀਤਾ ਅੱਖਾਂ ਦੇ ਅੱਖਾਂ 'ਚ ਇਸ਼ਾਰਾ, ਧਿਆ ਕੇ ਅਕਾਲ ਪੁਰਖ ਨੂੰ ਵੀ ਪੜ ਕੇ ਵੀਰ ਅਸੀਂ ਬਾਣੀ ਤੁਕਾਰਨ ਪਨਾਸੀ ਧਿਆਨ ਸਰੂਪੇ ਸਦਾ ਅੰਗ ਸੰਗੇ ਪੰਜਮ ਵਿਭੂਤੇ ਤੇ ਸ਼ਿਵਾ ਪਰ ਮੋਹੇ ਹੈ ਸ਼ੁਭ ਕਰਮ ਤੇ ਕਬਹੂ ਨਾ ਕਰੂ, ਕਾਂਡ ਰੋ ਸੋਧ ਬਚਾਏ ਰਹੋ, ਨਿਚਾ ਕਰ ਆਪਣੀ ਜੀਤ ਕਰੂ, ਸੂਰਾ ਸੋ ਪਹਿਚਾਨੀਏ ਜੋ ਨਾ ਦਿਲ ਕੇ ਹੈ ਤੇ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ। ਧਿਆ ਕੇ ਕਾਗਿਆਂ ਵਾਲੇ ਪਾਤਸ਼ਾਹ ਨੂੰ ਲੈ ਕੇ ਸੰਗਤ ਦਾ ਆਸ਼ੀਰਵਾਦ। ਬਈ ਤਰਾਕ ਕਰਦੇ ਗੋਲੀਆਂ ਮਾਰ ਕੇ ਪਾਪੀ ਦਾ ਭੋਗ ਪਾ ਕੇ ਕੌਮ ਦੇ ਸਿਰ ਲੱਗਿਆ ਕਰੰਟ ਲਾ ਦਾ ਪ੍ਰਵਾਹ।
ਕਰਜ਼ਾ ਲਾ ਦਿੱਤਾ। Z+ ਸਿਕਿਉਰਿਟੀ ਹੋਣ ਦੇ ਬਾਵਜੂਦ ਦੋਵੇਂ ਸੂਰਮੇ ਉੱਥੋਂ ਸਹੀ ਸਲਾਮਤ ਫਰਾਰ ਹੋਣ 'ਚ ਕਾਮਯਾਬ ਹੋ ਗਏ। ਕੁਝ ਸਮਾਂ ਰੁਪੋਸ਼ ਹੋਣ ਤੋਂ ਬਾਅਦ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਆਤਮ ਸਮਰਪਣ ਕੀਤਾ ਤੇ 13 ਸਾਲ ਦੀ ਜੇਲ੍ਹ ਕੱਟੀ ਹੈ ਤੇ 1996 ਤੋਂ ਲੈ ਕੇ 1999 ਤੀਕ ਬਤੌਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਸੇਵਾ ਨਿਭਾਈ। ਪਰ ਸਾਡੀ ਕੌਮ ਦੇ ਮਾੜੇ ਆਗੂਆਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਉਹਨਾਂ ਨੂੰ ਇਹ ਅਹੁਦਾ ਛੱਡਣਾ ਪਿਆ। ਪਰ ਉਹ ਅੱਜ ਵੀ ਕੌਮ ਦੀ ਸੇਵਾ ਲਈ ਤਤਪਰ ਨੇ। ਪਰ ਸਾਡੀ ਕੌਮ ਨੇ ਉਹਨਾਂ ਦਾ ਮੁੱਲ ਨਹੀਂ ਮੋੜਿਆ, ਜਿੱਡੀ ਵੱਡੀ ਕੁਰਬਾਨੀ ਉਹਨਾਂ ਨੇ ਕੀਤੀ ਹੈ। ਅੱਜ ਵੀ ਉਹ ਸਿੱਖ ਕੌਮ ਦੇ ਹੱਕਾਂ ਲਈ ਡਟ ਕੇ ਖੜੇ ਹੋਏ ਨੇ। ਅੱਜ ਲੋੜ ਹੈ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਐਸੇ ਸੂਰਬੀਰ ਯੋਧਿਆਂ ਦਾ ਸਾਥ ਦੇਣ ਲਈ। ਆਪ ਜੀ ਦੇ ਨਾਲ ਇਤਿਹਾਸ ਦੀ ਸਮਝ ਪਾਉਂਦੇ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੁੱਝੇ ਸਮਝ ਕੇ ਮਾਫ ਕਰਨਾ। ਕੱਲ ਤੋਂ ਜਿੰਨਾ ਸਮਾਂ ਇਸ ਗੁਰੂ ਘਰ ਵਿਖੇ ਪੈਂਡਿੰਗ ਹੈ, ਲਗਭਗ 3 ਤਰੀਕ ਨੂੰ ਅਸੀਂ ਇੱਥੋਂ ਚਲੇ ਜਾਣਾ ਹੈ। ਉਦੋਂ ਤੱਕ ਕੋਈ ਇਤਿਹਾਸ ਦੀ ਨਵੀਂ ਲੜੀ ਨੂੰ ਆਪ ਜੀ ਨਾਲ ਪ੍ਰਾਰੰਭ ਕਰਨ ਦਾ ਯਤਨ ਕਰਾਂਗੇ। ਹੁਣ ਬਖਸ਼ੇ ਸਮੇਂ ਦੀ ਸਮਾਪਤੀ ਹੈ। ਆਓ ਹੁਣ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਸਰਪਣ ਕਰੀਏ ਜੀ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਦੇ ਵਿੱਚ ਸ਼ਾਮਿਲ ਹੋਈਏ ਜੀ। ਪਿਆਰ ਸੇ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।